ਤੁਸੀਂ ਸੁਣਨ ਜਾ ਰਹੇ ਹੋ ਮੇਰਾ ਰੂਸੀ ਸਫ਼ਰਨਾਮਾ ਬਲਰਾਜ ਸਾਹਨੀ ਜੀ ਦਾ। ਲੈਨਿਨ ਹਿਲ ਦੀ ਨਜ਼ਾਰਾ ਗਾਹ ਤੋਂ ਹਟ ਕੇ ਜਦੋਂ ਅਸੀਂ ਯੂਨੀਵਰਸਿਟੀ ਬਿਲਡਿੰਗ ਦੇ ਚਮਨ ਵੱਲ ਆਏ ਤਾਂ ਦੋ ਅਫਰੀਕੀ ਨੌਜਵਾਨਾਂ ਨੇ ਮੈਨੂੰ ਸ਼ਕਲ ਤੋਂ ਪਛਾਣ ਲਿਆ। ਖੌਰੇ ਰੂਸ ਜਾਂ ਆਪਣੇ ਵਤਨ ਸੁਦਾਨ ਵਿੱਚ ਕਿਤੇ ਉਹਨਾਂ ਮੇਰੀਆਂ ਫਿਲਮਾਂ ਵੇਖੀਆਂ ਹੋਈਆਂ ਸਨ। ਬੜੇ ਅਚੰਭਿਤ ਹੋ ਕੇ ਘੂਰ ਰਹੇ ਸਨ। ਅਸੀਂ ਉਹਨਾਂ ਨੂੰ ਮਿਲੇ। ਇਸੇ ਮਹਾਨ ਇਮਾਰਤ ਵਿੱਚ ਉਹ ਰਹਿੰਦੇ ਤੇ ਪੜ੍ਹਦੇ ਸਨ। ਉਹਨਾਂ ਤੋਂ ਮਾਲੂਮ ਹੋਇਆ ਕਿ ਇਸ ਯੂਨੀਵਰਸਿਟੀ ਵਿੱਚ ਕੇਵਲ ਸਾਇੰਸ ਦੇ ਮਜ਼ਮੂਨ ਪੜ੍ਹਾਏ ਜਾਂਦੇ ਹਨ। ਆਰਟ ਵਿਭਾਗ ਸ਼ਹਿਰ ਦੇ ਪੁਰਾਣੇ ਹਿੱਸੇ ਵਿੱਚ ਹੈ। ਅਸੀਂ ਉਹਨਾਂ ਤੋਂ ਪੁੱਛਿਆ ਕਿ ਉਹ ਉੱਥੇ ਖੁਸ਼ ਸਨ। ਉਹਨਾਂ ਹਾਂ ਵਿੱਚ ਜਵਾਬ ਦਿੱਤਾ। ਉਹ ਬੇਹੱਦ ਖੁਸ਼ ਸਨ। ਉਹਨਾਂ ਸਾਨੂੰ ਮਹਿਮਾਨ ਬਣ ਕੇ ਬਿਲਡਿੰਗ ਦੇ ਅੰਦਰ ਆਉਣ ਦੀ ਦਾਵਤ ਦਿੱਤੀ। ਕੋਲ ਹੀ ਬਰਫ਼ ਦੇ ਕੋਹਰੇ ਨਾਲ ਠਰੀ ਹੋਈ ਕਿਆਰੀ ਵਿੱਚ ਇੱਕ ਕੱਲਾ ਪੈਂਜੀ ਫੁੱਲ ਟਹਿਕ ਰਿਹਾ ਸੀ। ਵੇਖ ਕੇ ਮੈਨੂੰ ਸਖਤ ਹੈਰਾਨੀ ਹੋਈ। ਇਸ ਮੌਸਮ ਅਤੇ ਇਤਨੀ ਸਖਤ ਸਰਦੀ ਵਿੱਚ ਪੈਂਜੀ ਵਰਗਾ ਨਾਜ਼ੁਕ ਫੁੱਲ ਖਿੜਿਆ ਹੋਇਆ ਸੀ। ਮੇਰੇ ਮਨ ਵਿੱਚ ਖਿਆਲ ਉੱਠਿਆ ਕਿ ਕੌਮ ਅਤੇ ਨਸਲ, ਕਾਲੇ ਅਤੇ ਗੋਰੇ ਦੇ ਵਿਤਕਰਿਆਂ ਤੋਂ ਰਹਿਤ ਇਹ ਯੂਨੀਵਰਸਿਟੀ ਵੀ ਜਿਵੇਂ ਭਵਿੱਖ ਦੀ ਮਨੁੱਖੀ ਸੱਭਿਅਤਾ ਦੀ ਟਹਿਣੀ ਦਾ ਪਹਿਲਾ ਫੁੱਲ ਸੀ। ਮੋਟਰ ਨੇ ਬੜੇ ਲੰਮੇ ਗੇੜੇ ਮਾਰੇ ਨਵੇਂ ਮਾਸਕੋ ਦੇ। ਇਸ ਦਾ ਤਜਰਬਾਤੀ ਸੈਕਟਰ ਵੀ ਵੇਖਿਆ। ਇੱਥੇ ਇਮਾਰਤ ਕਲਾ ਦੇ ਉਸਤਾਦਾਂ ਨੂੰ ਨਵੇਂ ਅਵਿਸ਼ਕਾਰ ਅਤੇ ਉਹਨਾਂ ਅਨੁਸਾਰ ਬਿਲਡਿੰਗਾਂ ਬਣਾਉਣ ਦੀ ਸਹੂਲਤ ਦਿੱਤੀ ਜਾਂਦੀ ਹੈ। ਇਸ ਸੈਕਟਰ ਦੀਆਂ ਇਮਾਰਤਾਂ ਸੱਚਮੁੱਚ ਬੜੀਆਂ ਅਨੋਖੀਆਂ, ਰੰਗੀਨ ਅਤੇ ਮਾਡਰਨ ਡਿਜ਼ਾਈਨ ਦੀਆਂ ਸਨ। ਬੰਬਈ, ਮਾਲਾਬਾਰ ਹਿੱਲ ਅਤੇ ਪੈਡਰ ਰੋਡ ਵਰਗੇ ਫੈਸ਼ਨੇਬਲ ਇਲਾਕਿਆਂ ਵਿੱਚ ਕਈ ਹੂਬਹੂ ਇਸੇ ਤਰ੍ਹਾਂ ਦੇ ਬਲਾਕ ਬਣ ਰਹੇ ਹਨ। ਫਰਕ ਉਹਨਾਂ ਤੇ ਇਹਨਾਂ ਵਿੱਚ ਸਿਰਫ ਇਹ ਹੈ ਕਿ ਇਹ ਸਰਬਤ ਲਈ ਸਨ ਅਤੇ ਉਹ ਗਿਣੇ ਚੁਣੇ ਅਮੀਰ ਵਰਗਾਂ ਦੇ ਲੋਕਾਂ ਲਈ। ਉੱਥੇ ਖੁਸ਼ੀ ਅਜਿਹੀ ਚੀਜ਼ ਦੇ ਮਾਲਕ ਬਣਨ ਵਿੱਚ ਮਿਲਦੀ ਹੈ ਜੋ ਕਿਸੇ ਹੋਰ ਕੋਲ ਨਾ ਹੋਵੇ। ਇੱਥੇ ਖੁਸ਼ੀ ਦਾ ਮਿਆਰ ਹੈ ਕੇਵਲ ਉਸੇ ਚੀਜ਼ ਦੀ ਖਾਸ਼ ਕਰਨਾ ਜੋ ਸਭਨਾਂ ਨੂੰ ਮਿਯਸਰ ਹੋਵੇ। ਪਰ ਕੀਰਤ ਕਰਨਾ ਤੇ ਵੰਡ ਛਕਣਾ ਕਿਸੇ ਜ਼ਮਾਨੇ ਸਾਡੇ ਦੇਸ਼ ਦਾ ਵੀ ਤਾਂ ਆਦਰਸ਼ ਹੁੰਦਾ ਸੀ। ਇੱਕ ਆਵਿਸ਼ਕਾਰ ਨੁਮਾਇਸ਼ ਲਈ ਸੜਕ ਦੇ ਕਿਨਾਰੇ ਰੱਖਿਆ ਹੋਇਆ ਸੀ। ਇਹ ਇੱਕ ਪੂਰਾ ਫਲੈਟ ਸੀ, ਅੰਦਰੋਂ ਬਾਹਰੋਂ ਮੁਕੰਮਲ। ਬਿਲਡਿੰਗ ਬਣਾਉਣ ਵੇਲੇ ਫੈਕਟਰੀ ਵਿੱਚੋਂ ਇਸ ਤਰ੍ਹਾਂ ਦੇ ਬਣੇ ਬਣਾਏ ਫਲੈਟ ਅਤੇ ਕਮਰੇ ਟਰੱਕਾਂ ਉੱਪਰ ਲੱਦੇ ਹੋਏ ਮੌਕੇ 'ਤੇ ਆ ਜਾਇਆ ਕਰਨਗੇ ਅਤੇ ਕਰੇਨਾਂ ਉਹਨਾਂ ਨੂੰ ਫਿੱਟ ਕਰਦੀਆਂ ਜਾਣਗੀਆਂ। ਹੱਥ ਦੀ ਮਿਹਨਤ ਉੱਕੀ ਹੀ ਬੇਲੋੜੀ ਜਿਹੀ ਹੋ ਜਾਏਗੀ। ਬਿਲਡਿੰਗ 2 ਮਹੀਨਿਆਂ ਦੀ ਥਾਂ 15 ਦਿਨਾਂ ਵਿੱਚ ਖੜੀ ਹੋ ਜਾਏਗੀ। 15 ਦਿਨਾਂ ਅੰਦਰ 10 ਮੰਜ਼ਲੀ ਬਿਲਡਿੰਗ ਤਿਆਰ, 1000-2000 ਕਮਰਿਆਂ ਵਾਲੀ। ਅਨਹੋਣੀ ਜਿਹੀ ਗੱਲ ਜਾਪਦੀ ਸੀ। ਅਸੀਂ ਪੁੱਛਿਆ, ਇਸ ਅਵਿਸ਼ਕਾਰ ਨੂੰ ਕਦੇ ਅਮਲ ਵਿੱਚ ਲਿਆਂਦਾ ਜਾਵੇਗਾ? ਗਲੋਬੇਫ ਨੇ ਬੋਰਡ ਉੱਪਰ ਲਿਖੀ ਇਬਾਰਤ ਪੜ੍ਹ ਕੇ ਜਵਾਬ ਦਿੱਤਾ ਕਿ ਲਿਆਂਦਾ ਜਾਵੇਗਾ ਨਹੀਂ, ਅਵਿਸ਼ਕਾਰ ਅਮਲ ਵਿੱਚ ਆ ਚੁੱਕਿਆ ਹੈ। ਨਾਲ ਵਾਲੀ ਇਮਾਰਤ ਇਸੇ ਤਰੀਕੇ ਉੱਪਰ ਬਣੀ ਸੀ। ਅਸੀਂ ਬਿਲਡਿੰਗ ਵੱਲ ਨਿਗਾਹ ਚੁੱਕ ਕੇ ਵੇਖਿਆ। ਇਮਾਰਤ ਦੇ ਮੂਹਰੇ ਸ਼ੀਸ਼ੇ ਹੀ ਸ਼ੀਸ਼ੇ ਜੜੇ ਸਨ। ਹਲਕਾ ਫੁਲਕਾ ਖਿਡੌਣਾ ਜਿਹੀ ਲੱਗਦੀ ਸੀ। ਚੌਥੀ ਮੰਜ਼ਲ ਤੇ ਸ਼ੀਸ਼ੇ ਪਿੱਛੇ ਇੱਕ 10-12 ਵਰ੍ਹਿਆਂ ਦੀ ਬਾਲੜੀ ਸਾਨੂੰ ਬੜੇ ਵਿਸਮਾਦ ਨਾਲ ਵੇਖ ਰਹੀ ਸੀ। ਮੈਂ ਗਿਆਨੀ ਜੀ ਨੂੰ ਕਿਹਾ, ਇਹਨੂੰ ਹੱਥ ਦਾ ਇਸ਼ਾਰਾ ਕਰੋ, ਬੜੀ ਖੁਸ਼ ਹੋਵੇਗੀ। ਗਿਆਨੀ ਜੀ ਨੇ ਇੰਜ ਹੀ ਕੀਤਾ। ਅੱਗੋਂ ਬੱਚੀ ਨੇ ਵੀ ਸ਼ੀਸ਼ੇ ਦੀ ਕੈਦ ਪਿੱਛੋਂ ਜਵਾਬ ਵਿੱਚ ਹੱਥ ਹਿਲਾਇਆ। ਸਾਡੇ ਦੇਸ਼ ਵਿੱਚ ਹੀ ਨਹੀਂ, ਉੱਗੇ ਸਰਮਾਏਦਾਰੀ ਦੇਸ਼ਾਂ ਵਿੱਚ ਵੀ ਉਹ ਉਚੇਰੇ ਵਰਗ ਦੀ ਬੱਚੀ ਹੀ ਹੋ ਸਕਦੀ ਸੀ। ਪਰ ਇੱਥੋਂ ਦੇ ਵਰਗ ਰਹਿਤ ਸਮਾਜ ਵਿੱਚ ਉਸ ਦਾ ਬਾਪ ਇੱਕ ਸਾਧਾਰਨ ਮਜ਼ਦੂਰ ਵੀ ਹੋ ਸਕਦਾ ਸੀ, ਇੱਕ ਉੱਗਾ ਇੰਜੀਨੀਅਰ ਵੀ, ਜਾਂ ਕੁਝ ਹੋਰ। ਇਹ ਵੀ ਕਮਿਊਨਿਜ਼ਮ ਦਾ ਇੱਕ ਬਹੁਤ ਵੱਡਾ ਅਪਰਾਧ ਹੈ ਜਿਸ ਨੂੰ ਸਰਮਾਏਦਾਰੀ ਪੱਤਰਕਾਰ ਕਦੇ ਮਾਫ਼ ਨਹੀਂ ਕਰ ਸਕਦੇ। ਪਰ ਇਹ ਸੋਚਣਾ ਗਲਤ ਹੋਵੇਗਾ ਕਿ ਮਾਸਕੋ ਕੋਈ ਸੋਨੇ ਦੀ ਨਗਰੀ ਬਣ ਚੁੱਕੀ ਹੈ ਜਾਂ ਉੱਥੇ ਰਿਹਾਇਸ਼ ਦੀ ਸਮੱਸਿਆ ਪੂਰੀ ਤਰ੍ਹਾਂ ਹੱਲ ਕੀਤੀ ਜਾ ਚੁੱਕੀ ਹੈ। ਮਕਾਨਾਂ ਦੀ ਕਮੀ ਅਜੇ ਵੀ ਦੂਰ ਨਹੀਂ ਹੋਈ। ਕਹਿੰਦੇ ਨੇ ਇਸ ਨੂੰ ਅਜੇ 8-10 ਸਾਲ ਹੋਰ ਲੱਗਣਗੇ। ਮੇਰੇ ਅੰਦਾਜ਼ੇ ਅਨੁਸਾਰ ਇਸ ਵੇਲੇ ਬਹੁਤ ਘੱਟ ਰੂਸੀ ਐਸੇ ਹੋਣਗੇ ਜਿਨ੍ਹਾਂ ਨੂੰ ਆਪਣਾ ਨਵੇਕਲਾ ਕਮਰਾ ਨਸੀਬ ਹੋਵੇ। ਇੱਕ ਕਮਰੇ ਵਿੱਚ 2-2, 3-3 ਬੰਦਿਆਂ ਦਾ ਰਹਿਣਾ ਆਮ ਗੱਲ ਹੈ ਅਤੇ ਇਹ ਇੱਕ ਖਾਸ ਕਰਕੇ ਦਿਮਾਗੀ ਕੰਮ ਕਰਨ ਵਾਲਿਆਂ ਲਈ ਬੜੀ ਵੱਡੀ ਸਮੱਸਿਆ ਹੈ। ਪਰ ਨਾਗਰਿਕਾਂ ਨੂੰ ਵਿਸ਼ਵਾਸ ਹੈ ਕਿ ਜਿੱਥੇ ਨਗਰ ਸੋਵੀਅਤ ਨੇ ਇਤਨਾ ਕੁਝ ਕਰ ਦਿਖਾਇਆ ਹੈ, ਇੱਕ ਦਿਨ ਇਸ ਸਮੱਸਿਆ ਨੂੰ ਵੀ ਹੱਲ ਕਰ ਲਏਗੀ।
ਅਤੇ ਇਸ ਵਿੱਚ ਵੀ ਸ਼ੱਕ ਨਹੀਂ ਕਿ ਜਿਹੜੀਆਂ ਥੋੜ੍ਹਾ ਰਲ ਕੇ ਚਲੀਆਂ ਜਾਣ ਉਹਨਾਂ ਦਾ ਵੀ ਆਪਣਾ ਇੱਕ ਅਨੋਖਾ ਸਵਾਦ ਹੁੰਦਾ ਹੈ ਅਤੇ ਆਲੇ ਦੁਆਲੇ ਦੀਆਂ ਥੋੜ੍ਹਾਂ ਵੱਲੋਂ ਅੱਖਾਂ ਮੀਟ ਕੇ ਲੁੱਟੇ ਹੋਏ ਐਸ਼ਵਰਜ਼ੀ ਸਵਾਦ ਵਿੱਚ ਹਕੀਕੀ ਸਵਾਦ ਕੋਈ ਨਹੀਂ ਹੁੰਦਾ। ਉਹ ਕਾਗਜ਼ ਦੇ ਫੁੱਲਾਂ ਵਾਂਗਰ ਹੈ। ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਸੋਵੀਅਤ ਸਮਾਜ ਵਿੱਚ ਬੇਇਨਸਾਫੀਆਂ ਨਹੀਂ ਹੁੰਦੀਆਂ। ਤਾਕਤ ਬੁਰੀ ਚੀਜ਼ ਹੈ। ਇਸ ਦਾ ਨਸ਼ਾ ਸਾਰਿਆਂ ਨਸ਼ਿਆਂ ਤੋਂ ਬੁਰਾ ਹੈ। ਇੱਥੇ ਵੀ ਸੁਣਨ ਵਿੱਚ ਆਇਆ ਹੈ ਦਫ਼ਤਰਸ਼ਾਹੀ ਦਾ ਕੋਈ ਘੱਟ ਬੋਲਬਾਲਾ ਨਹੀਂ। ਟੱਬਰ ਪਰਵਰੀ ਤੇ ਦੋਸਤ ਪਰਵਰੀ ਇੱਥੋਂ ਦੇ ਕੁਰਸੀ ਨਸ਼ਿਆਂ ਦੀ ਆਮ ਕਮਜ਼ੋਰੀ ਦੱਸੀ ਜਾਂਦੀ ਹੈ ਅਤੇ ਯਹੂਦੀਆਂ ਖਿਲਾਫ ਵੀ ਰੂਸੀਆਂ ਦੇ ਦਿਲਾਂ ਵਿੱਚ ਤਅੱਸਬ ਪੂਰੀ ਤਰ੍ਹਾਂ ਦੂਰ ਨਹੀਂ ਹੋਇਆ। ਇਸ ਨੁਕਤੇ ਨੂੰ ਫੜ ਕੇ ਸਾਡੇ ਦੇਸ਼ ਦੇ ਕਈ ਗਿਆਨਵਾਨ ਬੜੀ ਦੂਰ ਦੇ ਨਤੀਜੇ ਕੱਢਣ ਲੱਗ ਜਾਂਦੇ ਹਨ। ਉਹ ਕਹਿੰਦੇ ਹਨ ਕਿ ਇਨਸਾਨ ਅਸਲੋਂ ਬੁਰਾ ਹੈ। ਉਹ ਕਦੇ ਨਹੀਂ ਸੁਧਰ ਸਕਦਾ। ਭਾਵੇਂ ਸਰਮਾਏਦਾਰੀ ਨਿਜ਼ਾਮ ਹੋਵੇ ਭਾਵੇਂ ਸਮਾਜਵਾਦੀ, ਕੋਈ ਫਰਕ ਨਹੀਂ ਪੈਂਦਾ। ਫਿਰ ਇਨਕਲਾਬੀ ਸਰਗਰਮੀਆਂ ਦਾ ਫਾਇਦਾ ਹੀ ਕੀ? ਜਾਂ ਫਿਰ ਕਹਿੰਦੇ ਹਨ ਇਨਕਲਾਬ ਦੀ ਲੋੜ ਸਮਾਜ ਨੂੰ ਨਹੀਂ ਇਨਸਾਨ ਦੇ ਕਿਰਦਾਰ ਨੂੰ ਹੈ। ਵਿਅਕਤੀ ਨੂੰ ਆਲੇ ਦੁਆਲੇ ਦੀਆਂ ਬੁਰਾਈਆਂ ਨਾਲ ਘੁਲਣ ਤੋਂ ਪਹਿਲਾਂ ਆਪਣੇ ਅੰਦਰ ਦੀਆਂ ਬੁਰਾਈਆਂ ਨਾਲ ਯੁੱਧ ਕਰਨਾ ਚਾਹੀਦਾ ਹੈ। ਜਦੋਂ ਇੱਕ ਵਿਅਕਤੀ ਆਪ ਪਾਕ ਪਵਿੱਤਰ ਹੋ ਜਾਵੇ ਉਹ ਆਪਣੇ ਛੋਟੇ ਜਿੰਨੇ ਦਾਇਰੇ ਵਿੱਚ ਰੂਹਾਨੀ ਸਵੱਛਤਾ ਦੀਆਂ ਰਿਸ਼ਮਾਂ ਖਿਲਾਰੇਗਾ ਅਤੇ ਉਸ ਦੀ ਮਿਸਾਲ ਤੋਂ ਦੂਜਿਆਂ ਨੂੰ ਵੀ ਪ੍ਰੇਰਨਾ ਮਿਲੇਗੀ। ਇਸ ਤਰ੍ਹਾਂ ਹੌਲੀ ਸੰਸਾਰ ਵਿੱਚ ਰੂਹਾਨੀ ਇਨਕਲਾਬ ਪਸਰੇਗਾ। ਭਾਵੇਂ ਇਸ ਪ੍ਰਸਾਰ ਨੂੰ ਹਜ਼ਾਰਾਂ ਵਰ੍ਹੇ ਲੱਗ ਜਾਣ ਪਰ ਉਹੀ ਸੱਚਾ ਇਨਕਲਾਬ ਹੋਵੇਗਾ। ਗਰੀਬਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਅਤੇ ਉਹਨਾਂ ਦੀ ਇੱਛਾ ਸ਼ਕਤੀ ਨੂੰ ਨਪੁੰਸਕ ਬਣਾਉਣ ਦਾ ਇਸ ਤੋਂ ਚੰਗਾ ਕੋਈ ਸਾਧਨ ਨਹੀਂ। ਇਖਲਾਕੀ ਗਿਰਾਵਟ, ਧੂ-ਘਸੀਟ, ਧੱਕੇਸ਼ਾਹੀ ਅਤੇ ਅਨਿਆਂ ਦਾ ਬੁਨਿਆਦੀ ਕਾਰਨ ਵਾਸਤਵ ਵਿੱਚ ਆਰਥਕ ਥੁੜਾਂ ਹੁੰਦੀਆਂ ਹਨ। ਜਿਸ ਨਿਜ਼ਾਮ ਵਿੱਚ ਮੁਫਲਿਸੀ, ਬੇਰੁਜ਼ਗਾਰੀ, ਲਾ-ਇਲਮੀ, ਹਰ ਪ੍ਰਕਾਰ ਦੀ ਨਾ ਬਰਾਬਰੀ ਵਰਗੀਆਂ ਕਦੂਰਤਾਂ ਨੂੰ ਜੜੋਂ ਪੁੱਟ ਸੁੱਟਣ ਦੀ ਸ਼ਕਤੀ ਹੋਵੇ, ਉਹ ਥੁੜਾਂ ਵਾਲੇ ਸਮਾਜ ਦੇ ਸਦੀਆਂ ਤੋਂ ਮਨੁੱਖੀ ਕਿਰਦਾਰ ਵਿੱਚ ਸੰਚਾਰਿਤ ਕੀਤੇ ਸੁਆਰਥ ਆਦਿ ਕੁਸੰਸਕਾਰਾਂ ਨੂੰ ਵੀ ਥੋੜ੍ਹੇ ਸਮੇਂ ਵਿੱਚ ਹੀ ਖਤਮ ਕਰਨ ਦੀ ਸ਼ਕਤੀ ਵੀ ਰੱਖਦੀ ਹੈ। ਇਹ ਨਿਸ਼ਚਿਤ ਗੱਲ ਹੈ ਅਤੇ ਇਹ ਸੱਚਾਈ ਨੂੰ ਕੋਈ ਵੀ ਖਰੇ ਦਿਲ ਵਾਲਾ ਯਾਤਰੂ ਸੋਵੀਅਤ ਯੂਨੀਅਨ ਵਿੱਚ ਪ੍ਰਤੱਖ ਵੇਖ ਅਤੇ ਮਹਿਸੂਸ ਸਕਦਾ ਹੈ। ਇਸੇ ਤਜਰਬਾਤੀ ਸੈਕਟਰ ਵਿੱਚ ਇੱਕ ਬੱਚਿਆਂ ਦੇ ਕਿੰਡਰਗਾਰਟਨ ਸਕੂਲ ਅੱਗੋਂ ਲੰਘੇ। ਨਿੱਕਾ ਜਿਹਾ ਸਕੂਲ ਸੀ, ਇੱਕ ਮੰਜ਼ਲੀ ਇਮਾਰਤ ਜਿਵੇਂ ਸਾਡੇ ਪਹਾੜਾਂ ਤੇ ਬੰਗਲੇ ਹੁੰਦੇ ਹਨ। ਲੋਹੇ ਦੀ ਜਾਲੀ ਨਾਲ ਵਲਿਆ ਹੋਇਆ ਮੋਕਲਾ ਹਾਥੇ ਵਿੱਚ ਖਿਡੌਣਿਆਂ ਵਰਗੇ ਸੁੰਦਰ ਰਿਸ਼ਟ ਪੁਸ਼ਟ ਬਾਲ ਖੇਡ ਰਹੇ ਸਨ। ਅੱਧੀ ਛੁੱਟੀ ਦਾ ਵੇਲਾ ਸੀ ਸ਼ਾਇਦ। ਸਾਨੂੰ ਜਾਲੀ ਕੋਲ ਖੜਿਆਂ ਵੇਖ ਕੇ ਬਹੁਤ ਸਾਰੇ ਬੱਚੇ ਨਿਝੱਕ ਹੋ ਕੇ ਨੇੜੇ ਆ ਗਏ ਅਤੇ ਜਾਲੀ ਵਿੱਚੋਂ ਹੱਥ ਬਾਹਰ ਕੱਢ ਕੇ ਸਾਡੇ ਨਾਲ ਸ਼ੇਕ ਹੈਂਡ ਕਰਨ ਲੱਗ ਪਏ। ਗਿਆਨੀ ਜੀ ਨੇ ਕਿਹਾ, ਬਲਰਾਜ ਜੀ, ਵਰਗ ਭੇਦ ਤਾਂ ਇੱਥੇ ਹਾਲਾ ਵੀ ਮੌਜੂਦ ਹੈ। ਕਿਵੇਂ? ਮੈਂ ਕਿਹਾ, ਇਹ ਵੇਖੋ ਖਾਂ, ਇਹ ਕੋਈ ਗਰੀਬਾਂ ਦੇ ਬੱਚੇ ਹਨ। ਮੈਂ ਚੁੱਪ ਰਿਹਾ। ਮੇਰਾ ਦਿਲ ਕੀਤਾ ਉਹਨਾਂ ਨੂੰ ਕਹਾਂ, ਗਿਆਨੀ ਜੀ, ਹੁਣ ਅਗਲੇ 20 ਦਿਨਾਂ ਤੁਹਾਨੂੰ ਹਰ ਪਾਸੇ ਕੇਵਲ ਇਹੋ ਜਿਹੇ ਹੀ ਬੱਚੇ ਨਜ਼ਰ ਆਉਣਗੇ। ਪਰ ਰੋਕ ਲਿਆ ਆਪਣੇ ਆਪ ਨੂੰ। ਅੱਜ ਪਹਿਲਾ ਦਿਨ ਹੈ। ਸਾਥੀਆਂ ਨੂੰ ਆਪਣੀਆਂ ਖੋਜਾਂ ਆਪ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ। ਗਲੋਬੇਫ ਨੇ ਦੱਸਿਆ ਕਿ ਨਵੇਂ ਮਾਸਕੋ ਦੇ ਇਸ ਕਿਤਨੇ ਹੀ ਮੀਲ ਦੇ ਰਕਬੇ ਵਿੱਚ ਕਿਤੇ ਵੀ ਕੋਈ ਮਿਲ ਜਾਂ ਫੈਕਟਰੀ ਨਹੀਂ ਬਣਾਈ ਗਈ ਤਾਂ ਜੋ ਰਿਹਾਇਸ਼ੀ ਇਲਾਕੇ ਦੀ ਹਵਾ ਖਰਾਬ ਨਾ ਹੋਵੇ। ਪਰ ਇੱਕ ਥਾਂ ਸਾਨੂੰ ਧੂੰਆਂ ਛੱਡਦੀ ਫੈਕਟਰੀ ਦੀ ਚਿਮਣੀ ਦਿਸੀ। ਅਸਾਂ ਝੱਟ ਝੂਠ ਫੜਨ ਦੀ ਕੋਸ਼ਿਸ਼ ਕੀਤੀ। ਉਹ ਕੀ ਹੈ? ਅਸੀਂ ਸਾਰੇ ਹੀ ਇਕੱਠੇ ਬੋਲ ਪਏ। ਗਲੋਬੇਫ ਹੱਸ ਪਿਆ। ਇਹ ਇਮਾਰਤਾਂ ਨੂੰ ਗਰਮ ਰੱਖਣ ਲਈ ਸੈਂਟਰਲ ਹੀਟਿੰਗ ਦਾ ਕਾਰਖਾਨਾ ਹੈ। ਇੱਥੋਂ ਗਰਮ ਪਾਣੀ ਦੇ ਪਾਈਪ ਘਰਾਂ ਵਿੱਚ ਜਾਂਦੇ ਹਨ, ਉਹਨੇ ਕਿਹਾ। ਹੋਰ ਵੀ ਕਈ ਦਿਲਚਸਪ ਗੱਲਾਂ ਮਾਲੂਮ ਹੋਈਆਂ। ਮਸਲਨ ਸਕੂਲਾਂ ਲਈ ਥਾਵਾਂ ਐਸੀ ਵਿਉਂਤ ਨਾਲ ਚੁਣੀਆਂ ਗਈਆਂ ਹਨ ਕਿ ਕਿਸੇ ਬੱਚੇ ਨੂੰ ਨਾ ਤਾਂ ਆਪਣੇ ਘਰ ਤੋਂ ਬਹੁਤਾ ਦੂਰ ਜਾਣਾ ਪੈਂਦਾ ਹੈ ਅਤੇ ਨਾ ਹੀ ਰਾਹ ਤੁਰਦਿਆਂ ਕੋਈ ਚੌਖੀ ਆਵਾਜਾਈ ਵਾਲੀ ਸੜਕ ਕ੍ਰਾਸ ਕਰਨੀ ਪੈਂਦੀ ਹੈ। ਦਾਤਾਰ ਨੇ ਕਿਹਾ। ਰਾਤੀ ਮਿਸਟਰ ਬੈਦਾਕੌਫ, ਗਲੋਬੇਫ ਨੇ ਦਰੁਸਤੀ ਕੀਤੀ। ਸੌਰੀ, ਮਿਸਟਰ ਬੈਦਾਕੌਫ ਨੇ ਕਿਹਾ ਸੀ ਕਿ ਸ਼ਰਾਬ ਪੀ ਕੇ ਮੋਟਰ ਚਲਾਉਣਾ ਇੱਥੇ ਮਨਾ ਹੈ। ਕੀ ਇਹ ਵਾਕਈ ਸੱਚ ਹੈ? ਜੀ, ਜਿਸਨੇ ਮੋਟਰ ਚਲਾਉਣੀ ਹੋਵੇ ਉਹਨੂੰ ਸ਼ਰਾਬ ਦੀ ਬੂੰਦ ਵੀ ਮੂੰਹ ਨਾਲ ਲਾਉਣੀ ਮਨਾ ਹੈ ਅਤੇ ਇਸ ਕਾਨੂੰਨ ਦੀ ਬੜੀ ਸਖਤੀ ਨਾਲ ਪਾਲਣਾ ਕੀਤੀ ਜਾਂਦੀ ਹੈ। ਪਰ ਕਿਵੇਂ? ਜਿਸ ਆਦਮੀ ਕੋਲ ਮੋਟਰ ਹੈ ਉਹ ਤਾਂ ਹਰ ਵੇਲੇ ਮੋਟਰ ਚਲਾਵੇਗਾ। ਇਸ ਦਾ ਮਤਲਬ ਇਹ ਕਿ ਉਹ ਕਿਸੇ ਵੇਲੇ ਵੀ ਸ਼ਰਾਬ ਨਹੀਂ ਪੀ ਸਕਦਾ।
ਇਹ ਉਹ ਆਪ ਜਾਣੇ। ਮੋਟਰ ਚਲਾਉਣ ਵੇਲੇ ਉਸ ਦਾ ਲਹੂ ਸ਼ਰਾਬ ਤੇ ਅਸਰ ਤੋਂ ਬਿਲਕੁਲ ਮੁਕਤ ਹੋਣਾ ਚਾਹੀਦਾ ਹੈ। ਪਰ ਇਸ ਦਾ ਫੈਸਲਾ ਕੌਣ ਕਰਦਾ ਹੈ ਕਿ ਉਹਨੇ ਕਿਤਨੀ ਪੀਤੀ ਹੈ ਅਤੇ ਕਿਸ ਵੇਲੇ ਪੀਤੀ ਸੀ? ਗਲੋਬੇਫ ਨੇ ਜਵਾਬ ਦਿੱਤਾ, ਸਾਡੇ ਮੁਲਕ ਵਿੱਚ ਕਾਨੂੰਨ ਲੋਕ ਸੰਮਤੀ ਨਾਲ ਬਣਾਏ ਜਾਂਦੇ ਹਨ ਅਤੇ ਜਨਤਾ ਨੂੰ ਤਾਲੀਮ ਦਿੱਤੀ ਜਾਂਦੀ ਹੈ ਕਿ ਉਹ ਉਸ ਦਾ ਮਤਲਬ ਸਮਝਣ ਦੀ ਕੋਸ਼ਿਸ਼ ਕਰਨ ਅਤੇ ਇਹ ਸੋਚ ਕੇ ਉਸ ਉੱਪਰ ਅਮਲ ਕਰਨ ਕਿ ਉਹ ਉਹਨਾਂ ਦੇ ਆਪਣੇ ਲਾਭ ਲਈ ਹੈ। ਮਤਲਬ ਇਹ ਕਿ ਇੱਥੇ ਕਾਨੂੰਨ ਕੋਈ ਨਹੀਂ ਤੋੜਦਾ, ਮੈਂ ਰਤਾ ਨੂੰ ਵਿਅੰਗ ਨਾਲ ਕਿਹਾ। ਨਹੀਂ, ਸਾਰੇ ਤਾਂ ਇੱਕੋ ਜਿਹੇ ਨਹੀਂ ਹੁੰਦੇ। ਲੋਕੀ ਨਸ਼ੇ ਵਿੱਚ ਮੋਟਰ ਚਲਾਉਂਦੇ ਵੀ ਹਨ, ਹਾਦਸੇ ਵੀ ਹੁੰਦੇ ਹਨ, ਪਰ ਇਤਨੇ ਜ਼ਿਆਦਾ ਨਹੀਂ। ਜੇ ਕੋਈ ਨਸ਼ੇ ਵਿੱਚ ਮੋਟਰ ਚਲਾਉਂਦਾ ਪਕੜਿਆ ਜਾਏ ਤਾਂ ਕੀ ਸਜ਼ਾ ਹੈ? ਉਸ ਦਾ ਲਾਇਸੈਂਸ ਕੁਝ ਅਰਸੇ ਲਈ ਜ਼ਬਤ ਕਰ ਲਿਆ ਜਾਂਦਾ ਹੈ। ਬਾਰ-ਬਾਰ ਕਸੂਰ ਕਰਨ ਵਾਲੇ ਦਾ ਲਾਇਸੈਂਸ ਸਦਾ ਲਈ ਜ਼ਬਤ ਕਰ ਲਿਆ ਜਾਂਦਾ ਹੈ। ਜੇ ਸੜਕ ਤੇ ਐਕਸੀਡੈਂਟ ਹੋ ਜਾਏ ਫਿਰ ਕੀ ਕਾਰਵਾਈ ਕੀਤੀ ਜਾਂਦੀ ਹੈ? ਮਾਸਕੋ ਵਿੱਚ 2-2, 3-3 ਮੀਲ ਦੀ ਵਿੱਥ ਤੇ ਐਕਸੀਡੈਂਟ ਸਕੁਆਡ ਬਣੇ ਹੋਏ ਹਨ ਜੋ ਹਰ ਵਕਤ ਡਿਊਟੀ ਤੇ ਰਹਿੰਦੇ ਹਨ। ਹਰ ਸਕੁਆਡ ਕੋਲ ਆਪਣਾ ਐਂਬੂਲੈਂਸ ਅਤੇ ਡਾਕਟਰ, ਨਰਸ ਆਦਿ ਮੌਜੂਦ ਰਹਿੰਦਾ ਹੈ। ਇੱਥੋਂ ਤੱਕ ਕਿ ਦਾਨ ਦਿੱਤੇ ਖੂਨ ਦੀਆਂ ਬੋਤਲਾਂ ਵੀ ਐਂਬੂਲੈਂਸ ਵਿੱਚ ਭਰੀਆਂ ਹੁੰਦੀਆਂ ਹਨ। ਐਕਸੀਡੈਂਟ ਹੋਣ ਦੇ 6 ਮਿੰਟ ਅੰਦਰ ਸਕੁਆਡ ਦਾ ਮੌਕੇ ਤੇ ਪੁੱਜ ਜਾਣਾ ਲਾਜ਼ਮੀ ਮੰਨਿਆ ਜਾਂਦਾ ਹੈ। ਐਂਬੂਲੈਂਸ ਫਾਇਰ ਬ੍ਰਿਗੇਡ ਵਾਂਗ ਘੰਟੀ ਵਜਾਉਂਦੀ ਜਾਂਦਾ ਹੈ, ਜਿਸ ਨੂੰ ਸੁਣ ਕੇ ਟ੍ਰੈਫਿਕ ਆਪਣੇ ਆਪ ਰੁਕ ਜਾਂਦਾ ਹੈ ਤੇ ਉਸ ਲਈ ਰਾਹ ਛੱਡ ਦਿੰਦਾ ਹੈ। ਕੀ ਪੁਲਿਸ ਦਾ ਵੀ ਮੌਕੇ ਤੇ ਪੁੱਜਣਾ ਜ਼ਰੂਰੀ ਹੁੰਦਾ ਹੈ? ਬੇਸ਼ੱਕ, ਪਰ ਪਹਿਲਾ ਕੰਮ ਹੁੰਦਾ ਹੈ ਜ਼ਖਮੀਆਂ ਦੀਆਂ ਜਾਨਾਂ ਬਚਾਉਣਾ, ਉਹਨਾਂ ਨੂੰ ਜ਼ਰੂਰੀ ਫਸਟ ਏਡ ਦੇਣੀ, ਲੋੜ ਹੋਵੇ ਤਾਂ ਹਸਪਤਾਲ ਪਹੁੰਚਾਉਣਾ। ਐਕਸੀਡੈਂਟ ਕਿਉਂ ਹੋਇਆ, ਕਿਸ ਦਾ ਕਸੂਰ ਸੀ, ਵਗੈਰਾ ਵਗੈਰਾ, ਇਹ ਸਾਰੀ ਤਫਤੀਸ਼ ਦੂਜੇ ਨੰਬਰ ਤੇ ਆਉਂਦੀ ਹੈ। ਇੱਕ ਥਾਂ ਸਰਕਸ ਤੇ ਤੰਬੂ ਦੀ ਸ਼ਕਲ ਦਾ ਗੋਲ ਮਗਰ ਪੱਕਾ ਪੈਵਿਲੀਅਨ ਬਣਿਆ ਹੋਇਆ ਸੀ। ਇੱਕ ਮਾਰਕੀਟ ਸੀ ਇਹ। ਗਿਆਨੀ ਜੀ ਨੇ ਇਸ ਦੇ ਅੰਦਰ ਜਾਣ ਦੀ ਖਾਸ਼ ਜ਼ਾਹਿਰ ਕੀਤੀ। ਡਰਾਈਵਰ ਨੇ ਝੱਟ ਮੋਟਰ ਫੁੱਟਪਾਥ ਤੇ ਚਾੜ ਕੇ ਪੈਵਿਲੀਅਨ ਵਾਲੇ ਮੈਦਾਨ ਦੇ ਅੰਦਰ ਕਰ ਲਈ। ਉਹ ਮਹਿਮਾਨਾਂ ਨੂੰ ਇਸ ਸਰਦੀ ਵਿੱਚ 10 ਕਦਮ ਵੀ ਬਰਫ਼ ਉੱਤੇ ਫਾਲਤੂ ਨਹੀਂ ਸੀ ਤੁਰਨ ਦੇਣਾ ਚਾਹੁੰਦਾ। ਭਰੀ ਪਕੂਣੀ ਮਾਰਕੀਟ ਸੀ। ਸਬਜ਼ੀ, ਤਰਕਾਰੀ, ਗੋਸ਼ਤ, ਖਿਡੌਣੇ, ਕੱਪੜੇ, ਟੋਪੀਆਂ, ਪਲਾਸਟਿਕ ਬੈਗ, ਹਰ ਤਰ੍ਹਾਂ ਦਾ ਮਨਿਆਰੀ ਦਾ ਸਮਾਨ। ਰੱਜੀਆਂ ਪੁੱਜੀਆਂ ਘਰ ਵਾਲੀਆਂ ਬੜੇ ਇਤਮੀਨਾਨ ਨਾਲ ਖਰੀਦ ਫਰੋਖਤ ਕਰ ਰਹੀਆਂ ਸਨ। ਗਿਆਨੀ ਜੀ ਨੂੰ ਗਾਹਕਾਂ ਅਤੇ ਦੁਕਾਨਦਾਰਨੀਆਂ ਦਾ ਆਕਰਸ਼ਣ ਕੇਂਦਰ ਬਣਦਿਆਂ ਦੇਰ ਨਹੀਂ ਲੱਗੀ ਅਤੇ ਸਾਡਾ ਫੋਟੋਗ੍ਰਾਫਰ ਸਾਥੀ ਵੀ ਮੌਕੇ ਦਾ ਪੂਰਾ ਲਾਭ ਉਠਾਉਣ ਲਈ ਉਹਨਾਂ ਦੇ ਅੰਗ ਸੰਗ ਹੋ ਗਿਆ। ਇਸੇ ਤਰ੍ਹਾਂ ਅੱਜ ਤੋਂ 10 ਸਾਲ ਪਹਿਲਾਂ ਫੋਟੋਗ੍ਰਾਫਰ ਰਾਜ ਕਪੂਰ ਦੇ ਆਲੇ ਦੁਆਲੇ ਹੋ ਜਾਂਦੇ ਸਨ ਅਤੇ ਫਿਲਮ ਡੈਲੀਗੇਸ਼ਨ ਦੇ ਅਸੀਂ ਬਾਕੀ ਸਾਰੇ ਅਨਾਥ ਜਿਹਾ ਮਹਿਸੂਸ ਕਰਨ ਲੱਗ ਪੈਂਦੇ ਸਨ। ਇੱਥੋਂ ਪੁਰਾਣੇ ਮਾਸਕੋ ਵੱਲ ਜਾਂਦਿਆਂ ਇੱਕ ਹੋਰ ਅਨੋਖੀ ਅਤੇ ਯਾਦਗਾਰ ਸ਼ੈ ਵੇਖੀ। ਇਹ ਸੀ ਸੜਕ ਤੋਂ ਥੋੜਾ ਕੁ ਹੇਠਾਂ ਲੈ ਕੇ ਇੱਕ ਮੈਦਾਨ ਵਿੱਚ ਬਣਿਆ ਹੋਇਆ ਅਤ ਵਿਸ਼ਾਲ ਗੋਲ ਸ਼ਕਲ ਦਾ ਤਾਰੀ ਤਲਾਬ, ਜਿਸ ਦੀ ਕੋਈ ਛੱਤ ਨਹੀਂ ਸੀ। ਬਰਫ਼ ਪੈ ਰਹੀ ਸੀ। ਬੱਦਲਾਂ ਨਾਲ ਘਿਰਿਆ ਹੋਇਆ ਆਕਾਸ਼ ਠੰਡ ਦੀ ਹਾਲਤ ਵਿੱਚ ਕਿ ਓਵਰਕੋਟਾਂ ਦੇ ਬਾਵਜੂਦ ਸਾਡੇ ਹੱਥ ਪੈਰ ਸੁੰਨ ਹੁੰਦੇ ਜਾ ਰਹੇ ਸਨ। ਪਰ ਇਸ ਤਲਾਬ ਦੀ ਸ਼ਾਨ ਵੇਖੋ ਕਿ ਸੈਂਕੜਿਆਂ ਔਰਤਾਂ, ਮਰਦਾਂ, ਬੱਚੇ ਮਜ਼ੇ ਨਾਲ ਤਾਰੀਆਂ ਲਾਉਣ ਡਏ ਸਨ। ਕਰਾਮਾਤ ਦਰਅਸਲ ਇਹ ਕਿ ਪਾਣੀ ਗਰਮ ਸੀ ਅਤੇ ਉੱਠਦੀ ਭਾਫ ਨੇ ਉਸ ਦੇ ਉੱਪਰ ਦੀ ਫਜ਼ਾ ਨੂੰ ਵੀ ਸੋਹਣਾ ਨਿੱਘਾ ਕੀਤਾ ਹੋਇਆ ਸੀ। ਤਾਰੀ ਤਲਾਬ ਵਿੱਚ ਦਾਖਲ ਹੋਣਾ ਅਤੇ ਬਾਹਰ ਨਿਕਲਣ ਲਈ ਢਕੇ ਹੋਏ ਅਤੇ ਗਰਮ ਕੀਤੇ ਰਸਤੇ ਬਣੇ ਹੋਏ ਸਨ, ਇਸ ਖੂਬੀ ਨਾਲ ਕਿ ਠੰਡ ਖਾ ਜਾਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਤੀਵੀਆਂ, ਬੱਚਿਆਂ ਅਤੇ ਮਰਦਾਂ ਲਈ ਅਲੱਗ-ਅਲੱਗ ਵਿਭਾਗ ਬਣੇ ਹੋਏ ਸਨ। ਸਰਬਤ ਲਈ ਸੀ ਇਹ ਤਲਾਬ। ਨਹਾਉਣ ਦੇ ਸ਼ੌਕੀਨ ਹਰ ਮੌਸਮ ਵਿੱਚ ਨਿਰਵਿਘਨ ਇੱਥੇ ਨਹਾਉਂਦੇ ਹਨ। ਸਵੱਛਤਾ ਦੇ ਮਿਆਰ ਜੇ ਸੰਸਾਰ ਦੇ ਸਭਨਾਂ ਮੁਲਕਾਂ ਤੋਂ ਬਾਜ਼ੀ ਨਹੀਂ ਲੈਂਦੇ ਤਾਂ ਕਿਸੇ ਤੋਂ ਘੱਟ ਵੀ ਨਹੀਂ। ਸਾਨੂੰ ਜੰਗਲੇ ਨਾਲ ਲੱਗ ਕੇ ਅਚਰਜ ਨਜ਼ਰਾਂ ਨਾਲ ਵੇਖਦੇ ਵੇਖ ਕੇ ਫੋਟੋਗ੍ਰਾਫਰ ਕਾਮਰੇਡ ਬੋਲਿਆ, ਮੇਰੀ ਉਮਰ 56 ਸਾਲ ਹੈ। ਮੈਂ ਬਚਪਨ ਤੋਂ ਨਵੇਂ ਯੁੱਗ ਦੇ ਮਾਸਕੋ ਨੂੰ ਬੰਦਾ ਤੇ ਉਸਰਦਾ ਵੇਖਦਾ ਆਇਆ ਹਾਂ ਅਤੇ ਇਹ ਮੇਰੇ ਲਈ ਇੱਕ ਐਸੀ ਨਿਤ ਨਵੀਂ ਖੁਸ਼ੀ ਪ੍ਰਦਾਨ ਕਰਨ ਵਾਲੀ ਆਦਤ ਬਣ ਗਈ ਹੈ ਕਿ ਮੈਂ ਹਰ ਤਬਦੀਲੀ ਦਾ ਹਿਸਾਬ ਰੱਖਣ ਦੀ ਕੋਸ਼ਿਸ਼ ਕਰਦਾ ਹਾਂ। ਪਰ ਸ਼ਹਿਰ ਇਤਨੀ ਤੇਜ਼ੀ ਨਾਲ ਬਦਲਦਾ ਹੈ ਕਿ ਹਰ 6 ਮਹੀਨੇ ਪਿੱਛੋਂ ਮੈਂ ਪਛੜਿਆ ਹੋਇਆ ਮਹਿਸੂਸ ਕਰਨ ਲੱਗ ਪੈਂਦਾ ਹਾਂ। ਉਸ ਦੇ ਦਿਲ ਦੇ ਉਦਗਾਰ ਨੇ ਉਸ ਦੀਆਂ ਅੱਖਾਂ ਵਿੱਚ ਨਮੀ ਲੈ ਆਂਦੀ ਸੀ ਅਤੇ ਉਸ ਦੇ ਸ਼ਬਦਾਂ ਨੂੰ ਕਵਿਤਾਮਈ ਬਣਾ ਦਿੱਤਾ ਸੀ।
ਤਲਾਬ ਦੇ ਨੇੜੇ ਕਰਕੇ ਇੱਕ ਕੈਫੇ ਦਿਸਿਆ ਅਤੇ ਕੌਫੀ ਪੀ ਕੇ ਸਰੀਰ ਨੂੰ ਗਰਮਾਉਣ ਤੇ ਜੀ ਕਰ ਆਇਆ। ਅੰਦਰ ਗਏ। ਇਮਾਰਤ ਨਵੇਂ ਫੈਸ਼ਨ ਦੀ, ਫਰਨੀਚਰ ਵੀ ਹਲਕਾ ਫੁਲਕਾ, ਰੰਗੀਨ ਅਤੇ ਨਵੇਂ ਫੈਸ਼ਨ ਦਾ। ਬੜਾ ਚੰਗਾ ਖਾਣ ਪੀਣ ਦਾ ਸਮਾਨ ਵਿਕ ਰਿਹਾ ਸੀ। ਕੇਕ, ਪੇਸਟਰੀ, ਸੌਸੇਸ, ਚੌਲ, ਪੈਟੀਜ਼, ਵੋਡਕਾ, ਬ੍ਰਾਂਡੀ ਆਦਿ ਵੀ ਮਿਲ ਸਕਦੀ ਸੀ ਅਤੇ ਸਰੀਰ ਨੂੰ ਗਰਮਾਉਣ ਦਾ ਬਿਹਤਰੀਨ ਸਾਧਨ ਵੀ ਉਹੀ ਸੀ। ਪਰ ਅਜਿਹੀਆਂ ਇਸ਼ਰਤਾਨਾਮੇ ਦੀ ਮੰਗ ਕਰਦੀਆਂ ਸਨ ਜੋ ਸਾਡੇ ਕੋਲ ਨਾ ਹੋਣ ਦੇ ਬਰਾਬਰ ਸੀ। ਖੈਰ, गरम कॉफ़ी ਅਤੇ चॉकलेट भी स्वाद सन। ये तारी तालाब मैंने भी आज पहली बार देखा है, मैं दतार ਨੂੰ ਕਿਹਾ। ਗਲੋਬੇਫ ਅਤੇ ਫੋਟੋਗ੍ਰਾਫਰ ਥੋੜੀ ਵਿੱਥ ਤੇ ਅਲੱਗ ਟੇਬਲ ਅੱਗੇ ਬੈਠੇ ਸਨ, पर फिर भी ग्लोबेफ ने आवाज़ ऊंची करके कहा, सानी जी, आपने इसलिए पहले नहीं देखा कि इसको बने हुए सिर्फ 4 बरस हुए हैं और आप 5 बरस पहले यहाँ आए थे। गैर इरादी तौर ਤੇ ਉਸਦੇ ਲਹਿਜੇ ਵਿੱਚ ਸਕੂਲ ਮਾਸਟਰਤਾ ਜਿਹੀ ਆ ਗਈ ਸੀ ਜੋ ਸ਼ਾਇਦ ਰੂਸੀ ਵਿੱਚ ਸੋਚ ਕੇ ਉਰਦੂ ਵਿੱਚ ਬੋਲਣ ਦਾ ਕਸੂਰ ਸੀ। ਕੈਫੇ ਦੇ ਪਿਛਲੇ ਹਿੱਸੇ ਸਾਲਮ ਸ਼ੀਸ਼ੇ ਦੀ ਕੰਧ ਕੋਲ ਇੱਕ ਮਜ਼ਦੂਰਨ ਆ ਕੇ ਬੈਠੀ। ਉਸ ਦੇ ਓਵਰਆਲ ਉੱਪਰ ਥਾਂ ਚਿੱਕੜ ਦੇ ਦਾਗ ਸਨ। ਕਿਤੋਂ ਮਿੱਟੀ ਢੋ ਕੇ ਆਈ ਸੀ ਸ਼ਾਇਦ, ਅਤੇ ਖਾਣ ਦੀ ਛੁੱਟੀ ਦਾ ਵਕਤ ਇੱਥੇ ਗੁਜ਼ਾਰ ਰਹੀ ਸੀ। ਮਰਦਾਵੇ ਜਿਹੇ ਲਿਬਾਸ ਨੇ ਉਸ ਦੀ ਸੁੰਦਰਤਾ ਵਿੱਚ ਇਜ਼ਾਫਾ ਕਰ ਦਿੱਤਾ ਸੀ। ਸਾਡੇ ਦੇਸ਼ ਇਹੋ ਜਿਹੇ ਰੈਸਟੋਰੈਂਟ ਵਿੱਚ ਇਸ ਤਬਕੇ ਦੀ ਕੁੜੀ ਨੂੰ ਕੋਈ ਅੰਦਰ ਹੀ ਨਾ ਵੜਨ ਦੇਵੇ। ਅਸੀਂ ਜਿਹੜਾ ਸਮਾਜਵਾਦ ਦਾ ਰੋਲਾ ਪਾਉਂਦੇ ਹਾਂ, ਨੀਰਾ ਪੂਰਾ ਫਰਾਡ ਹੀ ਹੈ। ਇੱਥੇ सच्चा समाजवाद है। हमारे देश में भी देहात में पुलिस का दबदबाव काफ़ी कम हो गया है। हाँ, पर उसकी जगह बड़े ज़मींदारों के गुर्गों और गुंडों ने जो ले ली है। ਗਲੋਬੇਫ ਨਾ ਸੁਣ ਲਏ, ਇਸ ਲਈ ਦਬੀ ਆਵਾਜ਼ ਵਿੱਚ ਬੋਲ ਰਹੇ ਸਾਂ। ਨਿਰਸੰਦੇਹ ਜਿਤਨਾ ਕੁਝ ਵੇਖਿਆ ਸੀ ਉਸ ਦਾ ਅਸਾਂ ਸਭਨਾਂ ਉੱਪਰ ਡੂੰਘਾ ਪ੍ਰਭਾਵ ਪੈ ਚੁੱਕਿਆ ਸੀ। ਰੱਜ ਕੇ ਆਸੂਦਾ, ਖੁਸ਼ਹਾਲ ਅਤੇ ਸੰਤੁਸ਼ਟ ਲੋਕਾਂ ਅਸਾਂ ਵੇਖੇ ਸਨ ਅਤੇ ਬਿਨਾਂ ਸੁਣੇ ਵੀ ਗਲੋਬੇਫ ਅਤੇ ਉਸ ਦਾ ਸਾਥੀ ਸਾਡੇ ਦਿਲ ਦੇ ਭਾਵ ਸਮਝ ਰਹੇ ਸਨ। ਅਤੇ ਇਸ ਤੋਂ ਵੱਧ ਖੁਸ਼ੀ ਅਤੇ ਮਾਣ ਦੀ ਗੱਲ ਕਿਸੇ ਲਈ ਕੀ ਹੋ ਸਕਦੀ ਹੈ ਸਿਵਾਏ ਇਸ ਦੇ ਕਿ ਕੋਈ ਉਸ ਦੀ ਮੌਜੂਦਗੀ ਵਿੱਚ ਉਸ ਦੇ ਮੁਲਕ ਦੀ ਤਾਰੀਫ ਕਰੇ। ਦੁਬਾਰਾ ਜਦੋਂ ਕਾਰ ਵਿੱਚ ਜਾ ਬੈਠੇ, ਡਰਾਈਵਰ ਨੇ ਸਾਡੇ ਨਾਲ ਅੰਗਰੇਜ਼ੀ ਵਿੱਚ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜਿਵੇਂ ਦੱਸਣਾ ਚਾਹੁੰਦਾ ਹੋਵੇ ਕਿ ਸੋਵੀਅਤ ਯੂਨੀਅਨ ਵਿੱਚ ਡਰਾਈਵਰ ਵੀ ਕੋਈ ਨਿਗੂਣੀ ਚੀਜ਼ ਨਹੀਂ ਹੁੰਦੀ। ਰਾਹ ਵਿੱਚ ग्लोबेफ ने कहा, मिस्टर सानी, आप देख रहे हैं कि पिछले 5 साल में मॉस्को कितना बदल गया है, और भी बदल सकता था अगर हम इतने बड़े पैमाने पर दूसरे देशों की मदद नहीं करते होते। हमारे लोगों को अभी अपने लिए बहुत कुछ चाहिए, मगर जिसके पास बहुत है वो अगर देता है तो आसान बात है, पर जिसके पास नहीं है फिर भी अपने भाई की तरह दोस्त की मदद करता है, वही सच्ची दोस्ती है। गल ਉਹ ठीक कर रहा सी। ਇਸ ਵਿੱਚ ਕੀ ਸ਼ੱਕ ਕਿ ਰੂਸ ਜਿਤਨੀ ਸਾਡੇ ਦੇਸ਼ ਦੀ ਮਦਦ ਕੀਤੀ ਹੈ ਅਤੇ ਕਰ ਰਿਹਾ ਹੈ, ਉਸ ਲਈ ਅਸੀਂ ਜਿਤਨੇ ਵੀ ਮਸ਼ਕੂਰ ਹੋਈਏ ਘੱਟ ਹੈ। ਪਰ ਗਲੋਬੇਫ ਦਾ ਇਸ ਤਰ੍ਹਾਂ ਸਕੂਲ ਮਾਸਟਰਾਂ ਵਾਂਗ ਸੈਰ ਦਾ ਨਿਸ਼ਕਰਸ਼ ਕੱਢ ਕੇ ਸੁਣਾਉਣਾ ਮੈਨੂੰ ਬਿਲਕੁਲ ਚੰਗਾ ਨਹੀਂ ਲੱਗਾ। ਪਹਿਲਾਂ ਤਾਂ ਰੂਸੀ ਇੰਜ ਨਹੀਂ ਸਨ ਕਰਦੇ। ਮੇਰੇ ਮਨ ਵਿੱਚ ਸਵਾਲ ਉੱਠਿਆ, ਪਰ ਉਦੋਂ ਸ਼ਾਇਦ ਉਹਨਾਂ ਨੂੰ ਸਾਡੀ ਵਧੇਰੇ ਲੋੜ ਸੀ। ਹੁਣ ਉਹ ਜਾਣਦੇ ਹਨ कि सानू ਉਹਨਾਂ ਦੀ ਵਧੇਰੇ ਲੋੜ है। अब तुम लोगों के पास किसी चीज़ की कमी नहीं रही, मैं जवाब दिता। पता नहीं ਉਹਨੂੰ ਪਸੰਦ ਆਇਆ ਕਿ ਨਹੀਂ। ਬੜਾ ਥੱਕਿਆ ਲੱਗਣ ਲੱਗ ਪਿਆ ਸੀ ਗਲੋਬੇਫ। ਉਹਨੇ ਦੱਸਿਆ ਸੀ ਕਿ ਇਸ ਵਾਰੀ ਇਨਕਲਾਬ ਦਿਵਸ ਦੀਆਂ ਤਿਆਰੀਆਂ ਵਿੱਚ ਉਹ ਅਤੇ ਉਸਦੇ ਰਫੀਕ ਇਤਨੇ ਮਸਰੂਫ ਹਨ ਕਿ ਰਾਤ ਨੂੰ ਬੜੇ ਚਿਰਾਕੇ ਘਰ ਪੁੱਜਦੇ ਹਨ। ਬਾਹਰੋਂ ਇਤਨੀ ਵੱਡੀ ਸੰਖਿਆ ਵਿੱਚ ਲੋਕ ਆਏ ਹੋਏ ਹਨ ਕਿ ਹੋਟਲਾਂ ਵਿੱਚ ਤਿਲ ਧਰਨ ਦੀ ਜਗ੍ਹਾ ਨਹੀਂ। ਕਿਤਨਾ ਮੁਬਾਰਕ ਹੈ ਉਹ ਥਕੇਵਾ ਜੋ ਆਪਣੇ ਦੇਸ਼ ਦੀ ਖਿਦਮਤ ਵਿੱਚੋਂ ਹਾਸਲ ਹੋਵੇ। ਕਦੇ ਇਹੋ ਜਿਹੇ ਥਕੇਵੇ ਅਸਾਂ ਲੋਕਾਂ ਨੂੰ ਵੀ ਨਸੀਬ ਸਨ। ਆਜ਼ਾਦੀ ਆਉਣ ਤੋਂ ਬਾਅਦ ਇਹ ਹੋਰ ਹੀ ਵੱਧ ਜਾਣੇ ਚਾਹੀਦੇ ਸਨ। ਜੇ ਵੱਧ ਜਾਂਦੇ ਤਾਂ ਅੱਜ ਸਾਨੂੰ ਕਿਸੇ ਪਰਾਏ ਦੇਸ਼ ਦੀ ਮੁਹਤਾਜੀ ਨਾ ਰਹਿੰਦੀ। ਖੌਰੇ ਕਿੱਥੇ ਗਵਾਚ ਗਈ ਉਹ ਦੇਸ਼ ਭਗਤੀ ਦੀ ਸਾਰੀ ਸਪਿਰਿਟ। ਹੁਣ ਤਾਂ ਦੇਸ਼ ਸੇਵਕ ਅਖਵਾਉਣਾ ਹਿੰਦੁਸਤਾਨ ਵਿੱਚ ਗਾਲੀ ਦੇ ਤੁਲ ਹੋ ਗਿਆ ਹੈ। ਅਚਾਨਕ ਬੱਦਲ ਖਿੰਡਰ ਗਏ ਅਤੇ ਧੁੱਪ ਨਿਕਲ ਆਈ। ਸਾਹਮਣੇ ਕ੍ਰੈਮਲਿਨ ਦੇ ਸੁਨਹਿਰੀ ਕਲਸ਼ ਚਮਕ ਪਏ। ਦਿਲ ਕੀਤਾ ਮੋਟਰ ਰੋ ਕੇ ਹੇਠਾਂ ਉਤਰ ਜਾਵਾਂ ਅਤੇ ਇਸ ਡੈਲੀਗੇਸ਼ਨੀ ਕੈਦ ਨੂੰ ਖੈਰਬਾਦ ਆਖਾਂ। ਇਸ ਤਰ੍ਹਾਂ ਦੀ ਧੁੱਪ ਵਿੱਚ ਕ੍ਰੈਮਲਿਨ ਦੀਆਂ ਸੁਰਖ ਦੀਵਾਰਾਂ ਅਤੇ ਸੁਨਹਿਰੀ ਕਲਸ਼ਾਂ ਦੇ ਸਾਏ ਵਿੱਚ
ਈਨਾ ਤੇ ਮੈਂ ਕਿਤਨੀ ਦੂਰ ਤੁਰਦੇ ਚਲੇ ਗਏ ਸਾਂ। ਕੇਵਲ 2 ਸਾਲ ਪਿੱਛੋਂ ਫਿਰ ਮਾਸਕੋ ਦਾ ਫੇਰਾ ਮਾਰਨ ਦਾ ਅਵਸਰ ਮਿਲ ਗਿਆ ਸੀ। ਮੈਂ ਉਸਦੇ ਲਈ ਇੱਕ ਜ਼ਰੀਦਾਰ ਸੈਂਡਲ ਤੋਹਫਾ ਲਿਆਇਆ ਸਾਂ। ਕਿਤਨੀ ਖੁਸ਼ ਸੀ ਉਹ ਉਸ ਦੁਪਹਿਰ ਉਸ ਸੈਂਡਲ ਨੂੰ ਪੈਰੀ ਪਾ ਕੇ। ਕਿਤਨੀ ਫੱਬੀ ਸੀ ਉਸਨੂੰ। ਕ੍ਰੈਮਲਿਨ ਦੇ ਕਲਸ਼ਾਂ ਵਾਂਗ ਹੀ ਚਮਕ ਪਏ ਸਨ ਉਸਦੇ ਗੋਰੇ ਗੋਰੇ ਪੈਰ। ਅਸੀਂ ਦੂਰ ਪਾਰਕ ਚਬੂਤਰੇ ਤੱਕ ਤੁਰਦੇ ਗਏ ਸਾਂ। ਉੱਥੇ ਭੀਸ਼ਮ ਅਤੇ ਨਤਾਸ਼ਾ ਸਾਨੂੰ ਉਡੀਕ ਰਹੇ ਸਨ। ਇੱਕ ਮੋਟਰ ਲਾਂਚ ਤੇ ਬੈਠ ਕੇ ਕਾਫੀ ਪੀਤੀ ਸੀ। ਕੀ ਨਤਾਸ਼ਾ ਲੈਨਿਨਗ੍ਰਾਡ ਮਿਲੇਗੀ? ਕੀ ਪਤਾ ਮਾਸਕੋ ਆਈ ਹੋਵੇ। ਇਹ ਅਸੀਂ ਹੁਣ ਅਰਬਾਦ ਸਕੁਅਰ ਵਿੱਚੋਂ ਤਾਂ ਨਹੀਂ ਲੰਘ ਰਹੇ। ਕਿਤਨਾ ਬਦਲ ਗਿਆ ਹੈ। ਇੱਥੇ ਕਿਤੇ ਨੇੜੇ ਹੀ ਤਾਂ ਈਨਾ ਮੈਨੂੰ ਚਰਕਸੌਫ ਦੀ ਨਵੀਂ ਫਿਲਮ ਡੌਨ ਕਿਜ਼ਾਟ ਵਿਖਾਣ ਲੈ ਗਈ ਸੀ। ਫਿਰ ਅਸੀਂ ਪੈਦਲ ਤੁਰਦੇ ਨਤਾਸ਼ਾ ਨੂੰ ਉਹਦੇ ਸਹੁਰੇ ਘਰ ਮਿਲਣ ਗਏ। ਮਹਾਨ ਸੋਵੀਅਤ ਨੋਵਲਕਾਰ ਅਲੈਕਸੀ ਟੋਲਸਟੋਏ ਦੀ ਨੂੰਹ ਸੀ ਨਤਾਸ਼ਾ। ਉੱਥੇ ਉਸ ਸੁਰਗਵਾਸੀ ਲੇਖਕ ਦੀ ਵਿਧਵਾ ਨੂੰ ਵੀ ਮਿਲੇ ਸਾਂ। 2 ਘਰ ਛੱਡ ਕੇ ਮੈਕਸਿਮ ਗੋਰਕੀ ਦਾ ਮਕਾਨ ਸੀ। ਟਹਿਲਦੇ ਟਹਿਲਦੇ ਉਹ ਵੀ ਵੇਖ ਆਏ ਸਾਂ। ਕਿਤਨਾ ਸ਼ੌਂਕ ਸੀ ਈਨਾ ਨੂੰ ਤੁਰਨ ਦਾ। ਭੀਸ਼ਮ ਦੇ ਮਾਸਕੋ ਰਹਿਣ ਨਾਲ ਮੈਨੂੰ ਕਿਤਨੀ ਸੁਵਿਧਾ ਸੀ। ਆਪਣਾ ਸ਼ਹਿਰ ਸਮਝ ਕੇ ਜਿੱਥੇ ਚਾਹਾਂ ਆਜ਼ਾਦੀ ਨਾਲ ਘੁੰਮ ਫਿਰ ਸਕਦਾ ਸਾਂ। ਜੇ ਭੀਸ਼ਮ ਇੱਥੇ ਹੁੰਦਾ ਤਾਂ ਉਸਦੀ ਮਾਰਫਤ ਫੌਰਨ ਈਨਾ ਨੂੰ ਸੁਨੇਹਾ ਭੇਜ ਦਿੰਦਾ। ਪਰ ਇਸ ਵਾਰੀ ਤਾਂ ਮੈਂ ਕੁਝ ਵੀ ਨਹੀਂ ਸੀ ਲਿਆਇਆ। ਪਰੀਕਸ਼ਤ ਲਈ ਵੀ ਕੁਝ ਨਹੀਂ ਲਿਆਇਆ। ਉਹ ਕੀ ਸੋਚਦਾ ਹੋਵੇਗਾ। ਪਰੀਕਸ਼ਤ ਨੂੰ ਆਖਾਂ ਈਨਾ ਨੂੰ ਓਰੀਐਂਟਲ ਇੰਸਟੀਚਿਊਟ ਦੇ ਪਤੇ ਤੇ ਮੇਰੇ ਆਉਣ ਦੀ ਇਤਲਾਹ ਦੇ ਦੇਵੇ। ਪਰ ਕਿਤੇ ਉਹ ਕੁਝ ਗਲਤ ਹੀ ਨਾ ਸਮਝ ਬੈਠੇ। ਬੰਗਾਲੀ ਬੋਲਦੀ ਕਿਤਨੀ ਚੰਗੀ ਲੱਗਦੀ ਹੈ ਈਨਾ। ਬੰਗਾਲੀ ਸਾਹਿਤ ਪੜ੍ਹ ਕੇ ਉਸਦੀਆਂ ਆਦਤਾਂ ਵੀ ਛਾਇਆਵਾਦੀ ਹੁੰਦੀਆਂ ਜਾ ਰਹੀਆਂ ਹਨ। ਜਿਵੇਂ ਨਤਾਸ਼ਾ ਪੰਜਾਬੀ ਪੜ੍ਹ ਕੇ ਜੱਟੀ ਬਣ ਗਈ ਹੈ। ਹੋ ਸਕਦਾ ਮੇਰਾ ਵਹਿਮ ਹੀ ਹੋਵੇ। ਕਿਤਨਾ ਪਿਆਰਾ ਹੈ ਮੈਨੂੰ ਇਹ ਸ਼ਹਿਰ। ਕਿਤਨਾ ਸੁਭਾਵਕ ਅਤੇ ਸਰਲ ਮਹਿਸੂਸ ਕਰਦਾ ਹਾਂ ਮੈਂ ਇੱਥੇ। ਕਿਤਨੀਆਂ ਖਿੱਚਾਂ, ਤਨਾਵਟਾਂ ਅਤੇ ਬੇਈਮਾਨੀ ਕਾਰੋਬਾਰੀ ਅਤੇ ਵਪਾਰੀ ਨੱਠ ਭੱਜ ਤੋਂ ਮੁਕਤ ਹੈ ਇਹ ਮਾਹੌਲ। ਇੱਥੇ ਆਦਮੀ ਕੋ ਮਿਯਸਰ ਹੈ ਇਨਸਾਨ ਹੋਣਾ, ਪਰ ਡੈਲੀਗੇਸ਼ਨਾਂ ਦੀ ਕੈਦ ਵਿੱਚ ਨਹੀਂ। ਕੀ ਸਵਾਦ ਇਹਨਾਂ ਫਿਰਤੂ ਜਿਹੇ ਗੇੜੀਆਂ ਦਾ। ਪਰ ਨਹੀਂ, ਮੈਂ ਡਿਊਟੀ ਉੱਤੇ ਆਇਆ ਹੋਇਆ ਹਾਂ। ਦੀਦੀ ਨੇ ਇਸਕਸ ਨੇ ਡਿਊਟੀ ਲਾਈ ਹੈ। ਮੇਰਾ ਸਭ ਤੋਂ ਵੱਡਾ ਮਾਣ ਹਨ ਮੇਰੇ ਸਾਥੀ। ਗਲੋਬੇਫ ਨੂੰ ਦਰਖਾਸਤ ਕਰਾਂਗਾ ਇਹਨਾਂ ਨੂੰ ਫੋਨ ਕਰੇ। ਫਿਰ ਅਸੀਂ ਸਾਰੇ ਉਸ ਦੇ ਇੰਸਟੀਚਿਊਟ ਨੂੰ ਵੇਖਣ ਜਾਵਾਂਗੇ। ਕ੍ਰੈਮਲਿਨ ਦੀਆਂ ਚੁਗਾਠਾਂ ਵਿੱਚ ਬਹੁਤ ਲੋਕ ਚਹਿਲ ਕਦਮੀ ਕਰ ਰਹੇ ਸਨ ਅਤੇ ਜਿਵੇਂ ਕਿ ਲੰਡਨ ਜਾਂ ਪੈਰਿਸ ਵਿੱਚ ਵੇਖਿਆ ਜਾਂਦਾ ਹੈ, ਕਬੂਤਰਾਂ ਨੂੰ ਚੋਗਾ ਪਾ ਰਹੇ ਸਨ। ਹਾਂ, ਪਰ ਸਫਾਈ ਦੇ ਲਿਹਾਜ਼ ਨਾਲ ਮਾਸਕੋ ਹੋਰ ਸ਼ਹਿਰਾਂ ਤੋਂ ਬਾਜ਼ੀ ਲੈ ਗਿਆ ਜਾਪਦਾ ਹੈ। ਇਤਨੀ ਜ਼ਿਆਦਾ ਸਫਾਈ ਹੈ ਇੱਥੇ ਕਿ ਖਾਮਖਾ ਧਿਆਨ ਉਹਦੇ ਵੱਲ ਚਲਾ ਜਾਂਦਾ ਹੈ। ਜ਼ਾਰਾਂ ਦਾ ਇੱਕ ਕਦੀਮ ਗਿਰਜਾ ਦੇਖਿਆ। ਅਜਾਇਬ ਘਰ ਵੀ ਇੱਥੋਂ ਦਾ ਕਾਬਿਲੇ ਦੀਦ ਹੈ, ਪਰ ਉਹ ਇਸ ਵੇਲੇ ਬੰਦ ਹੈ। ਨਵੇਂ ਬਣੇ ਹਾਲ ਆਫ ਕਾਂਗਰਸ ਦੇ ਬੂਹੇ ਤੇ ਸੜਕ ਵਾਲੇ ਪਾਸੋਂ ਗਲੋਬੇਫ ਨੇ ਦਸਤਕ ਦਿੱਤੀ, ਪਰ ਇੱਕ ਕਰਮਚਾਰੀ ਨੇ ਬਾਹਰ ਮੂੰਹ ਕੱਢ ਕੇ ਕਿਹਾ ਕਿ ਅੰਦਰ ਸਫਾਈ ਹੋ ਰਹੀ ਸੀ, ਇਸ ਲਈ ਵੇਖਣ ਦੀ ਇਜਾਜ਼ਤ ਨਹੀਂ ਮਿਲ ਸਕਦੀ। ਗਲੋਬੇਫ ਨੇ ਦੱਸਿਆ ਕਿ ਪਰਸੋਂ ਸ਼ਾਮੀ ਇੱਥੇ ਅਸੀਂ ਇੱਕ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਆ ਰਹੇ ਹਾਂ, ਉਦੋਂ ਵੇਖ ਸਕਾਂਗੇ। ਸੁਣਿਆ ਹੈ ਚੀਨ ਤੋਂ ਚੂ ਐਂਡ ਲਾਈ ਵੀ ਆ ਰਿਹਾ ਹੈ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਲਈ। ਵੱਡੇ ਫਾਟਕ ਵਿੱਚੋਂ ਨਿਕਲ ਕੇ ਲਾਲ ਚੌਂਕ ਵਿੱਚ ਆ ਗਏ। ਇਸ ਦੇ ਐਨ ਵਿਚਕਾਰ ਇੱਕ ਬੇਹਿਸਾਬ ਲੰਬਾ ਕਿਊ ਲੱਗਾ ਹੋਇਆ ਸੀ। ਪਿਛਲਾ ਹਿੱਸਾ ਇਸ ਕਿਊ ਦਾ ਨਜ਼ਰ ਹੀ ਨਹੀਂ ਸੀ ਆ ਰਿਹਾ। ਇਹ ਲਾਈਨ ਕੈਸੀ ਲੱਗੀ ਹੈ ਕਬੂਤਰ ਭਈਆ, ਗਿਆਨੀ ਜੀ ਨੇ ਕਿਹਾ ਅਤੇ ਅਸੀਂ ਸਾਰੇ ਹੱਸ ਪਏ, ਕਿਉਂਕਿ ਐਨ ਉਸ ਵੇਲੇ ਕਬੂਤਰਾਂ ਦੀ ਇੱਕ ਡਾਰ ਸਾਡੇ ਉੱਤੋਂ ਦੀ ਹੋ ਕੇ ਉੱਡ ਗਈ। ਗਲੋਬੇਫ ਆਪ ਵੀ ਹੱਸ ਪਿਆ। ਲਾਈਨ ਲੈਨਿਨ ਦੇ ਮਜ਼ਾਰ ਅੱਗੇ ਬਣੀ ਹੋਈ ਸੀ। ਜਦੋਂ ਵੀ ਆਓ ਇਹ ਲਾਈਨ ਹਮੇਸ਼ਾ ਦਿਸੇਗੀ, ਇਹ ਕਦੇ ਨਹੀਂ ਖਤਮ ਹੁੰਦੀ। ਲੈਨਿਨ ਲਈ ਸੋਵੀਅਤ ਲੋਕਾਂ ਦੇ ਦਿਲਾਂ ਵਿੱਚ ਅਪਾਰ ਸ਼ਰਧਾ ਹੈ। ਉਹਨਾਂ ਦੇ ਜੀਵਨ ਵਿੱਚ ਲੈਨਿਨ ਦੀ ਦੇਣ ਕਦੇ ਵੀ ਖਤਮ ਨਹੀਂ ਹੁੰਦੀ, ਜਿਸ ਵਿੱਚ ਈਸਾ, ਮੁਹੰਮਦ, ਗੌਤਮ ਬੁੱਧ ਅਤੇ ਨਾਨਕ ਵਰਗੇ ਮਹਾਪੁਰਸ਼ਾਂ ਦਾ ਪ੍ਰਦਾਨ ਕੀਤਾ ਸੱਚ ਵੀ ਜਾ ਦਾਖਲ ਹੁੰਦਾ ਹੈ ਅਤੇ ਨਵਾਂ ਜੀਵਨ ਗ੍ਰਹਿਣ ਕਰਦਾ ਹੈ। ਜਿਸ ਸ਼ਾਂਤਮਈ, ਨਿਆਂਮਈ, ਪ੍ਰੇਮਮਈ ਮਨੁੱਖੀ ਸਮਾਜ ਦੀ ਯੁਗਾਂ ਤੋਂ ਉਹਨਾਂ ਮਹਾਤਮਾਵਾਂ ਨੇ ਕਲਪਨਾ ਕੀਤੀ ਸੀ, ਉਸ ਨੂੰ ਹਾਸਲ ਕਰਨ ਦਾ ਲੈਨਿਨ ਅਸਲੀ ਤੇ ਯਥਾਰਥ ਮਾਰਗ ਦੱਸ ਗਿਆ ਹੈ। ਵਿਗਿਆਨਕ ਸਮਾਜਵਾਦ ਦਾ ਮਾਰਗ ਨਹੀਂ ਦੱਸ ਨਹੀਂ ਗਿਆ, ਉਹਨਾਂ ਨੂੰ ਉੱਥੇ ਪਹੁੰਚਾ ਗਿਆ ਹੈ ਅਤੇ ਉਸ ਟੀਚੇ ਤੇ ਪਹੁੰਚਣ ਦਾ ਲੈਨਿਨ ਦੇ ਦੱਸੇ ਮਾਰਗ ਤੋਂ ਸਿਵਾਏ ਹੋਰ ਕੋਈ ਮਾਰਗ ਨਹੀਂ। ਅਸੀਂ ਮਹਿਮਾਨ ਸਾਂ,
ਸਾਨੂੰ ਝਟ ਕਿਊ ਦੇ ਸਭ ਤੋਂ ਅੱਗੇ ਜਗ੍ਹਾ ਦੇ ਦਿੱਤੀ ਗਈ। ਸਾਡੇ ਪਿੱਛੇ ਹੱਥ ਵਿੱਚ ਗੁਲਦਸਤੇ ਫੜ ਕੇ ਖੜੇ ਬੱਚਿਆਂ ਦੀ ਇੱਕ ਵੱਡੀ ਸਾਰੀ ਟੁਕੜੀ ਸੀ। ਗਿਆਨੀ ਜੀ ਨੇ ਦਬੀ ਆਵਾਜ਼ ਵਿੱਚ, ਜਿਵੇਂ ਆਪਣੇ ਆਪ ਨੂੰ ਸੁਣਾ ਰਹੇ ਹੋਣ, ਕਿਹਾ, ਇੱਥੇ ਤਾਂ ਸਾਰੇ ਹੀ ਬੱਚੇ ਇੱਕ ਤੋਂ ਇੱਕ ਵੱਧ ਸੋਹਣੇ ਨੇ। ਸਾਡੇ ਹੱਥਾਂ ਵਿੱਚ ਫੁੱਲ ਨਹੀਂ ਸਨ, ਪਰ ਗਿਆਨੀ ਜੀ ਦੇ ਇਹਨਾਂ ਸ਼ਬਦਾਂ ਦਾ ਉਪਹਾਰ ਲੈਨਿਨ ਲਈ ਫੁੱਲਾਂ ਤੋਂ ਵੀ ਵੱਧ ਸੋਹਣਾ ਸੀ। ਹੌਲੇ ਹੌਲੇ ਸਰਕਦੇ ਪੱਥਰ ਦੇ ਬੁੱਤਾਂ ਵਾਂਗ ਅਤੇ ਸਿਰ ਝੁਕਾ ਕੇ ਖੜੇ ਸੰਤਰੀਆਂ ਕੋਲ ਲੰਘ ਕੇ ਅਸੀਂ ਕਾਲੇ ਸੰਗਮਰਮਰ ਦੀਆਂ ਪੌੜੀਆਂ ਉਤਰੇ ਅਤੇ ਲੈਨਿਨ ਦੀ ਦੇਹ ਦੇ ਦਰਸ਼ਨ ਕੀਤੇ। ਤੁਸੀਂ ਸੁਣ ਰਹੇ ਸੀ ਮੇਰਾ ਰੂਸੀ ਸਫ਼ਰਨਾਮਾ। ਅੱਜ ਇੰਨਾ ਹੀ।